ਹੈਲੋ एवरीवन। कल असी 9th ਦਾ ਚੈਪਟਰ ਲਾ ਆਫ ਡਿਮਿਨਿਸ਼ਿੰਗ ਰਿਟਰਨ ਮਾਰਜਨ ਯੂਟਿਲਿਟੀ ਤੱਕ ਕੀਤਾ ਸੀ ਬੇਟਾ। ਤਾਂ ਗੁੱਡਸ ਦਾ ਅਸੀਂ ਇੰਟਰੋਡਕਸ਼ਨ ਕੀਤੀ ਸੀ। ਗੁੱਡਸ ਕੀ ਹੁੰਦੀਆਂ ਨੇ? ਗੁੱਡਸ ਦੇ ਵਿੱਚ ਬੇਟਾ ਆਉਂਦਾ ਹੈ ਕਿ ਜੋ ਅਸੀਂ ਵਸਤਾਂ ਪ੍ਰਯੋਗ ਵਿੱਚ ਕਰਦੇ ਹਾਂ, ਅਰਥ ਸ਼ਾਸਤਰ ਦੀ ਭਾਸ਼ਾ ਵਿੱਚ ਉਸਨੂੰ ਅਸੀਂ ਕੀ ਵਸਤਾਂ ਕਹਿੰਦੇ ਹਾਂ, ਪਦਾਰਥ ਕਹਿੰਦੇ ਹਾਂ। ਤਾਂ ਇਹ ਬੇਟਾ ਸਾਡੇ ਕੋਲੇ ਦੋ ਤਰ੍ਹਾਂ ਦੇ ਹੁੰਦੇ ਹਨ, ਭੌਤਿਕ ਅਤੇ ਅਭੌਤਿਕ। ਮੀਨਸ ਮੈਟੀਰੀਅਲ ਗੁੱਡਸ ਅਤੇ ਨਾਨ ਮੈਟੀਰੀਅਲ। ਇਹ ਬੇਟੇ ਫਰਕ ਕੀ ਹੈ? ਭੌਤਿਕ ਵਸਤੂਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਦੇਖ ਛੂ ਸਕਦੇ ਹਾਂ, ਅਤੇ ਅਭੌਤਿਕ ਜੋ ਅਸੀਂ ਮਹਿਸੂਸ ਕਰ ਸਕਦੇ ਹਾਂ, ਜਿਵੇਂ ਡਾਕਟਰ ਦੀ ਸੇਵਾ, ਟੀਚਰ ਦੀ ਪੜ੍ਹਾਈ ਦੀ ਸੇਵਾ, ਇਹ ਅਸੀਂ ਫੀਲ ਕਰ ਸਕਦੇ ਹਾਂ। ਪਰ ਇੱਕ ਤੁਹਾਡਾ ਪੈਨ, ਕਾਪੀ, ਇਹ ਕੀ ਨੇ? ਭੌਤਿਕ ਵਸਤੂਆਂ ਹਨ, ਮੈਟੀਰੀਅਲ ਗੁੱਡਸ। ਨੇ ਡੈਫੀਨੇਸ਼ਨ ਅਸੀਂ ਕੀਤੀ ਸੀ, ਪਦਾਰਥ ਉਹ ਵਸਤਾਂ ਹਨ ਜਿਨ੍ਹਾਂ ਨੂੰ ਵਿਅਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਸਾਰੀ ਵਸਤਾਂ ਮਨੁੱਖੀ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਨੇ। ਗੁੱਡਸ ਆਰ ਡਿਜ਼ਾਇਰੇਬਲ ਥਿੰਗਸ, ਆਲ ਥਿੰਗਸ ਦੈਟ ਸੈਟਿਸਫਾਈਡ ਹਿਊਮਨ ਵਾਂਟਸ ਔਰ ਕਾਲਡ ਗੁੱਡਸ। ਕਿ ਉਹ ਸਾਰੀ ਵਸਤਾਂ ਜੋ ਹਿਊਮਨ ਦੀ ਵਾਂਟਸ ਨੂੰ, ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ, ਉਹ ਕੀ ਬਣ ਜਾਂਦੀਆਂ ਨੇ? ਗੁੱਡਸ। ਤਾਂ ਬੇਟਾ ਇਸ ਦੇ ਵਿੱਚ ਇਹ ਵੀ ਹੈ ਕਿ ਵਿਅਕਤੀ ਦੀ ਕਮੀਜ਼, ਰੇਡੀਓ ਆਦਿ ਤੁਹਾਨੂੰ ਜਿਵੇਂ ਦੱਸਿਆ ਕਿ ਸਾਰੀਆਂ ਕੀ ਨੇ? ਇਹ ਭੌਤਿਕ ਵਸਤੂਆਂ ਕਿਉਂਕਿ ਉਸਨੂੰ ਇਹ ਦਿਖਦੀਆਂ ਨੇ। ਨੈਕਸਟ ਦੇਖੋ ਬੇਟਾ, ਤੁਹਾਨੂੰ ਉਸ ਤੋਂ ਬਾਅਦ ਟੌਪਿਕ ਤੁਹਾਡਾ ਸ਼ੁਰੂ ਹੁੰਦਾ ਹੈ ਵਸਤਾਂ ਦਾ ਵਰਗੀਕਰਨ। ਹੁਣ ਦੇਖੋ, ਹਰ ਚੀਜ਼ ਦੇ ਵਰਗੀਕਰਨ ਹੁੰਦੇ, ਟਾਈਪਸ ਹੁੰਦੇ, ਕਲਾਸੀਫਿਕੇਸ਼ਨ ਹੁੰਦੀਆਂ ਨੇ। ਤਾਂ ਵਸਤਾਂ ਦੀ, ਗੁੱਡਸ ਦੀ ਕਲਾਸੀਫਿਕੇਸ਼ਨ ਕੀ ਹੈ? ਫਸਟ ਹੈ ਫ੍ਰੀ ਗੁੱਡਸ। ਫ੍ਰੀ ਗੁੱਡਸ ਬੇਟਾ ਜਿਹੜੀਆਂ ਹੁੰਦੀਆਂ ਨੇ, ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਪ੍ਰਾਪਤ ਕਰਨ ਲਈ ਕੋਈ ਵੀ ਮੁੱਲ ਨਹੀਂ ਦੇਣਾ ਪੈਂਦਾ। ਇਟਸ ਮੀਨ ਫ੍ਰੀ ਆਫ ਕੋਸਟ। ਜਸਟ ਲਾਈਕ ਜਿਵੇਂ ਤੁਹਾਡਾ ਪਾਣੀ, ਉਹਦੀ ਸਪਲਾਈ ਜ਼ਿਆਦਾ ਹੈ, ਡਿਮਾਂਡ ਘੱਟ ਹੈ। ਡਿਮਾਂਡ ਘੱਟ ਕਿਉਂ ਹੈ? ਕਿਉਂਕਿ ਸਪਲਾਈ ਜ਼ਿਆਦਾ ਹੈਗੀ ਹੈ। ਤਾਂ ਇਹ ਸਪਲਾਈ ਗ੍ਰੇਟਰ ਦੈਨ ਦਾ ਡਿਮਾਂਡ ਇਜ਼ ਕਾਲਡ ਫ੍ਰੀ ਗੁੱਡਸ। ਤਾਂ ਕੀ ਹੈ? ਇਨਸਾਨ ਨੂੰ ਕੀਮਤ ਘੱਟ ਦੇਣੀ ਪੈਣ ਕਰਕੇ ਕਦਰ ਨਹੀਂ। ਤਾਂ ਜਿਹੜੀ ਚੀਜ਼ਾਂ ਸਾਨੂੰ ਫ੍ਰੀ ਵਿੱਚ ਜ਼ਿਆਦਾ ਸਪਲਾਈ 'ਚ ਮਿਲਦੀਆਂ ਹੁੰਦੀਆਂ, ਫ੍ਰੀ ਗੁੱਡਸ। ਇਕੋਨਮਿਕ ਗੁੱਡਸ ਉਹ ਗੁੱਡਸ ਜਿਨ੍ਹਾਂ ਦੀ ਡਿਮਾਂਡ ਜ਼ਿਆਦਾ ਹੈ ਪਰ ਸਪਲਾਈ ਘੱਟ ਹੈ, ਇਸ ਲਈ ਸਾਨੂੰ ਉਹਦੀ ਕੋਈ ਨਾ ਕੋਈ ਕੀਮਤ ਦੇਣੀ ਪੈਂਦੀ ਹੈ। ਉਹ ਕੀ ਬਣ ਜਾਂਦੀਆਂ ਨੇ? ਆਰਥਿਕ ਵਸਤਾਂ, ਇਕਨੋਮਿਕ ਗੁੱਡਸ। ਥਰਡ ਹੈ ਪਬਲਿਕ ਗੁੱਡਸ, ਸਰਵਜਨਿਕ ਵਸਤਾਂ। ਪਬਲਿਕ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਵਸਤਾਂ ਜੋ ਗੌਰਮੈਂਟ ਬਣਾਉਂਦੀ ਹੈ, ਕਿਉਂਕਿ ਸਰਵਜਨਕ ਆਪਾਂ ਕਹਿੰਦੇ ਹਾਂ ਥਾਵਾਂ, ਪਬਲਿਕ ਆਫਿਸ, ਪਬਲਿਕ ਪਾਰਕ, ਇਹ ਸਾਰੇ ਕੀ ਨੇ? ਪਬਲਿਕ ਦੇ ਗੌਰਮੈਂਟ ਨੇ ਬਣਾਏ ਹੋਏ ਨੇ। ਇਸ ਲਈ ਇਹ ਕੀ ਹੁੰਦੇ ਨੇ? ਗੌਰਮੈਂਟ ਦੀ ਮਲਕੀਅਤ ਹੁੰਦੀ ਹੈ, ਓਨਰਸ਼ਿਪ ਹੁੰਦੀ ਹੈ। ਇਹਨਾਂ ਦਾ ਸਾਰਾ ਐਕਸਪੈਂਡੀਚਰ ਕੌਣ ਹੈ? ਖਰਚਾ ਸਰਕਾਰ ਉਠਾਉਂਦੀ ਹੈ। ਅਤੇ ਸਰਕਾਰ ਦੇ ਖਰਚੇ ਕਰਕੇ ਇਹ ਸਾਨੂੰ ਮੁਫਤ ਗੁੱਡਸ ਦੇ ਅੰਦਰ ਵੀ ਆ ਜਾਂਦੀ ਹੈ, ਕਿਉਂਕਿ ਸਾਨੂੰ ਇਹਦੀ ਕੋਈ ਪੇਮੈਂਟ ਨਹੀਂ ਦੇਣੀ ਪੈ ਰਹੀ, ਅਤੇ ਇਸ ਲਈ ਇਸ ਦਾ ਭੁਗਤਾਨ ਸਰਕਾਰ ਕਰਦੀ ਹੈ। ਨੈਕਸਟ ਹੈ ਪ੍ਰਾਈਵੇਟ ਗੁੱਡਸ। ਇਹ ਗੁੱਡਸ ਇਸ ਤੋਂ ਆਪੋਜ਼ਿਟ ਹੋ ਗਈਆਂ ਕਿ ਕਿਸੇ ਪਰਸਨ ਦੀ ਆਪਣੀ ਇੰਡੀਵਿਜੂਅਲ ਉਹਦੇ ਉੱਤੇ ਓਨਰਸ਼ਿਪ ਹੁੰਦੀ ਹੈ। ਜਿਵੇਂ ਤੁਹਾਡਾ ਪੈਨ, ਪੁਸਤਕ ਤੁਹਾਡੀ, ਇਹ ਕੀ ਨੇ? ਤੁਹਾਡੇ ਲਈ ਪਰਸਨਲ ਨੇ। ਤਾਂ ਇਹਨਾਂ ਦਾ ਤੁਹਾਡੀ ਕੀ ਹੋ ਗਈਆਂ? ਪ੍ਰਾਈਵੇਟ ਗੁੱਡਸ ਹੋ ਗਈਆਂ। ਨੈਕਸਟ ਹੈ ਤੁਹਾਡਾ ਕੁਦਰਤੀ ਵਸਤਾਂ। ਕੁਦਰਤੀ ਵਸਤਾਂ ਜੋ ਸਾਨੂੰ ਬੇਟੇ ਗੱਲ ਤੋਂ ਹੀ ਪਤਾ ਲੱਗ ਰਿਹਾ ਹੈ, ਨੇਚਰ ਤੋਂ ਸਾਨੂੰ ਮਿਲਦੀਆਂ ਹਨ। ਜਿਵੇਂ ਭੂਮੀ, ਜੰਗਲ, ਇਹ ਸਾਰੇ ਕਿੱਥੋਂ ਮਿਲਦੇ ਸਾਨੂੰ? ਕੁਦਰਤ ਤੋਂ। ਤਾਂ ਇਹ ਸਾਨੂੰ ਇੱਕ ਤਰ੍ਹਾਂ ਦੀ ਕੁਦਰਤ ਦੇ ਤੋਹਫੇ ਵੀ ਨੇ। ਤਾਂ ਇਹ ਵਸਤਾਂ ਕੀ ਕਹਾਉਂਦੀਆਂ ਨੇ? ਗੁੱਡਸ ਪ੍ਰੋਡਿਊਸਡ ਬਾਏ ਨੇਚਰ। ਨੈਕਸਟ ਟਾਈਪ ਹੈ ਗੁੱਡਸ ਪ੍ਰੋਡਿਊਸਡ ਬਾਏ ਮੈਨ। ਕੁਛ ਹੁਣ ਅਸੀਂ ਹੈ ਮੈਨ ਮੇਡ ਅਸੀਂ ਕਰਦੇ, ਰਿਸੋਰਸਿਸ ਸੇਮ ਐਜ਼ ਇਟ। ਤਾਂ ਇਹ ਸਾਨੂੰ ਵਸਤਾਂ ਕਿਵੇਂ ਮਿਲਦੀਆਂ ਨੇ? ਵਿਅਕਤੀ ਖੁਦ ਬਣਾਉਂਦਾ ਹੈ, ਜਿਵੇਂ ਫਰਨੀਚਰ, ਕੱਪੜਾ, ਉਹ ਕੀ ਹੈ? ਭੌਤਿਕ ਵੀ ਹੋ ਸਕਦੀਆਂ ਨੇ ਅਤੇ ਅਭੌਤਿਕ ਵੀ ਹੋ ਸਕਦੀਆਂ ਨੇ। ਨੈਕਸਟ ਪੈਰੀਸ਼ੇਬਲ ਗੁੱਡਸ, ਨਾਸ਼ਵਾਨ, ਜੋ ਕਿ ਛੇਤੀ ਹੀ ਨਸ਼ਟ ਹੋਣ ਜਾਣ ਵਾਲੀਆਂ ਨੇ, ਜਿਵੇਂ ਦੁੱਧ, ਹਰੀ ਸਬਜ਼ੀਆਂ। ਇਹ ਕੀ ਹੈ? ਤੁਸੀਂ ਕੁਛ ਟਾਈਮ ਰੱਖਦੇ ਹੋ ਤਾਂ ਥੋੜ੍ਹੇ ਘੰਟੇ ਬਾਅਦ ਹੀ ਜੇ ਤੁਸੀਂ ਉਹਨੂੰ ਪ੍ਰੋਪਰ ਉਸਦਾ ਟਰੀਟਮੈਂਟ ਜਾਂ ਪ੍ਰੋਪਰ ਉਸਨੂੰ ਨਹੀਂ ਰੱਖੋਗੇ ਤਾਂ ਕੀ ਇਹ ਖਰਾਬ ਹੋ ਜਾਂਦੀਆਂ ਨੇ ਇਹ ਗੁੱਡਸ। ਨੈਕਸਟ ਹੈ ਟਿਕਾਊ ਵਸਤੂਆਂ, ਮੀਨ ਡਿਊਰੇਬਲ ਗੁੱਡਸ। ਉਹ ਗੁੱਡਸ ਜੋ ਛੇਤੀ ਖਰਾਬ ਨਹੀਂ ਹੁੰਦੇ। ਤੁਹਾਡਾ ਬੈੱਡ ਹੈ, ਤੁਹਾਡਾ ਰੇਡੀਓ ਹੈ, ਤੁਹਾਡਾ ਮਕਾਨ ਹੈ, ਤੁਸੀਂ ਲੈ ਕੇ ਇਹਨੂੰ ਕਿੰਨੇ ਲੌਂਗ ਟਾਈਮ ਤੱਕ ਤੁਹਾਡੇ ਕੋਲ ਸੇਫ ਰਹਿੰਦਾ ਤੁਹਾਡਾ। ਇੰਝ ਤਾਂ ਨਹੀਂ ਹੈਗਾ ਕਿ ਅੱਧੇ ਘੰਟੇ ਬਾਅਦ ਖਰਾਬ ਹੋ ਜਾਊਗਾ। ਨੈਕਸਟ ਹੈ ਤੁਹਾਡਾ ਉਪਭੋਗਤਾ ਵਸਤਾਂ, ਕੰਜ਼ਿਊਮਰ ਗੁੱਡਸ। ਉਹ ਵਸਤਾਂ ਜੋ ਅਸੀਂ ਡਾਇਰੈਕਟ ਕੰਜ਼ਿਊਮ ਕਰਦੇ ਹਾਂ। ਤੁਹਾਡੀ ਭੋਜਨ ਹੈ, ਤੁਸੀਂ ਡਾਇਰੈਕਟ ਕੰਜ਼ਿਊਮ ਕਰ ਰਹੇ ਹੋ, ਤਾਂ ਇਹ ਕੀ ਹੋ ਗਿਆ? ਕੰਜ਼ਿਊਮਰ ਗੁੱਡਸ। ਤੁਹਾਡੀ ਕੋਈ ਇੱਛਾ, ਤੁਹਾਡੀ ਕੋਈ ਸੰਤੁਸ਼ਟੀ ਦੇ ਰਹੀਆਂ ਨੇ। ਨੈਕਸਟ ਹੈ ਉਤਪਾਦਕ ਵਸਤਾਂ। ਉਹ ਵਸਤਾਂ ਜੋ ਅਸੀਂ ਕਿਸੇ ਅੱਗੇ ਕੁਛ ਪ੍ਰੋਡਿਊਸ ਕਰਨ ਲਈ, ਫਾਈਨਲ ਗੁੱਡਸ ਨੂੰ ਪ੍ਰੋਡਿਊਸ ਕਰਨ ਲਈ ਐਜ਼ ਏ ਰॉ ਮਟੀਰੀਅਲ ਯੂਜ਼ ਕਰਦੇ ਹਾਂ। ਉਹ ਕਿਹੜੀਆਂ ਹੋ ਗਈਆਂ ਸਾਡੀਆਂ? ਪ੍ਰੋਡਿਊਸਰ ਗੁੱਡਸ। ਨੈਕਸਟ ਹੈ ਇੰਟਰਮੀਡੀਏਟ ਗੁੱਡਸ। ਇਹ ਬੇਟਾ ਹੋ ਗਈਆਂ ਜਿਨ੍ਹਾਂ ਦੀ ਰੀਸੇਲ ਵੈਲਿਊ ਹੋਵੇ, ਰੀਸੇਲ ਹੁੰਦੀਆਂ ਹੋਣ। ਇਹ ਵਸਤਾਂ ਵਿੱਚ ਕੀ ਹੈ? ਵਸਤਾਂ ਸੇਵਾਵਾਂ ਦੇ ਉਤਪਾਦਨ ਦੇ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਪੁਨਰ ਵਿਕਰੀ ਕੀਤੀ ਜਾ ਸਕਦੀ ਹੈ। ਉਦਾਹਰਨ ਲਈ ਸੋਫਾ ਸੈੱਟ ਬਣਾਉਣ ਲਈ ਲੱਕੜੀ, ਫੋਮ,
ਇਹ ਸਾਰਿਆਂ ਕੀ ਹੈ ਪ੍ਰਯੋਗ ਕੀਤਾ ਜਾਂਦਾ ਹੈ ਤੇ ਇਹ ਜਦੋਂ ਅਸੀਂ ਨਹੀਂ ਕਰਨਾ ਤਾਂ ਇਹਨਾਂ ਨੂੰ ਦੁਬਾਰਾ ਅਸੀਂ ਰੀਸੇਲ ਕਰ ਦਿੰਦੇ ਹਾਂ। ਅੰਤਿਮ ਵਸਤੂਆਂ ਜੋ ਅਸੀਂ ਇਸ ਰॉ ਮਟੀਰੀਅਲਸ ਨੂੰ ਯੂਜ਼ ਕਰਕੇ ਫਾਈਨਲ ਅਸੀਂ ਚੀਜ਼ ਬਣਾਉਂਦੇ ਹਾਂ, ਉਹਨੂੰ ਮੰਡੀ ਵਿੱਚ ਵਿਕਰੀ ਲਈ ਭੇਜਦੇ ਹਾਂ, ਸੇਲ ਲਈ ਭੇਜਦੇ ਹਾਂ, ਉਹ ਸਾਡੀ ਕੀ ਬਣ ਜਾਂਦੀ ਹੈ ਫਾਈਨਲ ਗੁੱਡਸ। ਤਾਂ ਇਹ ਬੇਟਾ ਤੁਹਾਡਾ ਟੌਪਿਕ ਸੀਗਾ ਗੁੱਡਸ ਦੇ। ਨੈਕਸਟ ਹੈ ਆਪਣਾ ਟੌਪਿਕ ਵੈਲਥ, ਧਨ। ਹੁਣ ਬੇਟਾ ਵੈਲਥ ਧਨ ਤੋਂ ਪਤਾ ਲੱਗਦਾ ਤੁਹਾਨੂੰ ਪੈਸੇ ਤੋਂ ਰਿਲੇਟਡ ਅਸੀਂ ਗੱਲ ਕਰਾਂਗੇ, ਬਟ ਇੱਥੇ ਪੈਸੇ ਰਿਲੇਟਡ ਸਿਰਫ ਪੈਸਾ ਹੀ ਨਹੀਂ ਹੈ, ਇੱਥੇ ਉਹ ਸਾਰਾ ਕੁਝ ਵੀ ਹੈ ਜੋ ਅਸੀਂ ਪੈਸੇ ਦੇ ਕੇ ਖਰੀਦਿਆ ਹੋਇਆ ਆਪਣੇ ਕੋਲੇ, ਸਾਡੇ ਕੋਲੇ ਰਿਜ਼ਰਵ 'ਚ ਰੱਖਿਆ, ਸਾਡੇ ਕੋਲੇ ਮੌਜੂਦ ਹੈ। ਜਿਵੇਂ ਕੋਈ ਰੁਪਏ, ਪੈਸੇ, ਸੋਨਾ, ਚਾਂਦੀ, ਜ਼ਮੀਨ ਤੁਸੀਂ ਖਰੀਦ ਕੇ ਰੱਖੀ ਹੈ, ਬਟ ਇਹਨਾਂ ਦੇ ਲਈ ਤੁਸੀਂ ਪੇਮੈਂਟਸ ਦਿੱਤੀਆਂ ਨੇ, ਤਾਂ ਇਹ ਸਾਰੀਆਂ ਚੀਜ਼ਾਂ ਵੀ ਕੀ ਬਣ ਜਾਂਦੀਆਂ ਤੁਹਾਡੀ ਵੈਲਥ। ਤੁਹਾਡਾ ਸਾਈਕਲ ਹੈ ਤੁਸੀਂ ਉਹ ਵੀ ਪੇਮੈਂਟ ਦਿੱਤੀ ਹੈ, ਸਕੂਟਰ ਹੈ ਤੁਸੀਂ ਪੇਮੈਂਟ ਦਿੱਤੀ ਹੈ, ਤਾਂ ਸਾਰਾ ਕੁਛ ਕੀ ਹੈ ਤੁਹਾਡੀ ਵੈਲਥ ਹੈ, ਜਿਹਦੇ ਲਈ ਕੋਈ ਪੈਸੇ ਦੇਣੇ ਪੈਂਦੇ ਨੇ। ਉਹ ਸਾਰੀਆਂ ਵਸਤਾਂ ਕੀ ਨੇ ਵੈਲਥ ਹੈ। ਇਹਨਾਂ ਸਾਰੀ ਵਸਤਾਂ ਸੇਵਾਵਾਂ ਧਨ ਹਨ। ਉਸ ਤੋਂ ਬਾਅਦ ਕਿ ਕੁੱਲ ਪੇਮੈਂਟ ਨਾਲ ਰਿਸੀਵ ਕੀਤੀਆਂ ਜਾਂਦੀਆਂ ਹਨ ਜਿਹੜੀਆਂ ਧਨ ਕਹਿਲਾਉਂਦੀਆਂ ਨੇ। ਨੈਕਸਟ ਇਹ ਡੈਫੀਨੇਟ ਫਰਗੂਸਨ ਨੇ ਦਿੱਤੀ ਹੈ ਤੇ ਕੇਨਸ ਨੇ ਦਿੱਤੀ ਹੈ। ਆਪਾਂ ਕੇਨਸ ਵਾਲੀ ਕਰ ਲੈਂਦੇ ਕਿਉਂਕਿ ਇਹ ਜ਼ਿਆਦਾ ਫੇਮਸ ਹੈ। all that have got value are called wealth। ਜਿਨ੍ਹਾਂ ਵਸਤਾਂ ਦੀ ਕੋਈ ਕੀਮਤ ਹੁੰਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਵੈਲਥ। ਫੀਚਰਸ ਕੀ ਨੇ ਉਪਭੋਗਤਾ, ਦੁਰਲਭਤਾ, ਤਬਦੀਲੀ। ਤਾਂ ਬੇਟਾ ਇਹਦਾ ਕਿ ਵਿਸ਼ੇਸ਼ਤਾ ਇਹ ਨੇ ਕਿ ਧਨ ਦੀ ਵੀ ਕਈ ਕਿਸਮਾਂ ਨੇ। ਧਨ ਕੀ ਹੈ ਉਪਭੋਗਤਾ, ਪਹਿਲਾਂ ਉਪਯੋਗਤਾ ਕੀ ਹੈ, ਹੁਣ ਤੁਸੀਂ ਧਨ ਉਸ ਚੀਜ਼ 'ਤੇ ਤੁਸੀਂ ਲਗਾਇਆ, ਤੁਸੀਂ ਪੈਸੇ ਦਿੱਤੇ, ਪਰੰਤੂ ਇੱਕ ਜਲੀ ਹੋਈ ਰੋਟੀ ਜੇ ਆਪਾਂ ਕਵਾਂਗੇ ਉਹ ਕੀ ਹੈ ਗਲੇ ਸੜੇ ਹੋਏ ਸੇਬ, ਉਹਨਾਂ ਦੀ ਕੋਈ ਵੈਲਿਊ ਤੁਹਾਡੇ ਲਈ ਨਹੀਂ ਹੈ, ਤਾਂ ਇਹਨਾਂ ਨੂੰ ਅਸੀਂ ਉਪਯੋਗਤਾ ਨਹੀਂ ਹੈ, ਤਾਂ ਇਹਨਾਂ ਨੂੰ ਅਸੀਂ ਉਪਭੋਗ ਵਾਲੀਆਂ ਵਸਤੂਆਂ ਨਹੀਂ ਕਹਿ ਸਕਦੇ। ਪਰ ਜਿਨ੍ਹਾਂ ਦੀ ਕੋਈ ਸਾਨੂੰ ਵੈਲਿਊ ਹੈ ਉਹ ਸਾਡੀਆਂ ਹੋ ਗਈਆਂ ਦੁਰਲਭ, ਜਿਵੇਂ ਕਿ ਪਾਣੀ, ਧੁੱਪ। ਤਾਂ ਇਹ ਕੀ ਹੈ ਇਹਨਾਂ ਨੂੰ ਉਪਭੋਗਤਾ ਕਰਨ ਦੇ ਨਾਲ ਦੁਰਲਭ ਨਹੀਂ ਹੁੰਦੇ, ਇਹ ਦੁਰਲਭ ਨਹੀਂ ਹੈਗੇ। ਇਹਨਾਂ ਵਸਤਾਂ ਨੂੰ ਜਿਨ੍ਹਾਂ ਦੇ ਉਪਯੋਗਤਾ ਦੇ ਨਾਲ ਨਾਲ ਦੁਰਲਭਤਾ ਵੀ ਹੋਵੇ। ਦੁਰਲਭ ਵਸਤਾਂ ਉਹ ਹੁੰਦੀਆਂ ਹਨ ਜਿਨ੍ਹਾਂ ਦੀ ਮੰਗ ਉਹਨਾਂ ਦੀ ਪੂਰਤੀ ਦੇ ਮੁਕਾਬਲੇ ਵਧੇਰੇ ਹੈ। ਉਹੀ ਗੱਲ ਆ ਗਈ ਕਿ ਡਿਮਾਂਡ ਇਜ਼ ਗ੍ਰੇਟਰ ਦੈਨ ਇਟਸ ਸਪਲਾਈ। ਤਾਂ ਜਦੋਂ ਸਾਨੂੰ ਕੋਈ ਬੜੇ ਔਖੇ ਹੋ ਕੇ ਚੀਜ਼ ਮਿਲਦੀ ਹੈ ਤਾਂ ਸਾਡੇ ਲਈ ਉਹ ਕੀ ਬਣ ਜਾਂਦੀ ਹੈ ਸਕੇਅਰਸਿਟੀ, ਕੀ ਉਹ ਘੱਟ ਹੈ ਸਾਡੇ ਲਈ, ਉਹ ਇੱਕ ਵੈਲਿਊਏਬਲ ਥਿੰਗ ਬਣ ਜਾਂਦੀ ਹੈ। ਨੈਕਸਟ ਹੈ ਤਬਦੀਲੀ, ਟਰਾਂਸਫਰੇਬਿਲਿਟੀ। ਦੂਸਰਾ ਧਨ ਦੀ ਬੜੇ ਟਰਾਂਸਫਰੇਬਿਲਿਟੀ ਪੋਸੀਬਲ ਹੈ। ਕਿਉਂ? ਅੱਜ ਜ਼ਮੀਨ ਤੁਹਾਡੀ ਹੈ, ਕੱਲ੍ਹ ਤੁਸੀਂ ਵੇਚ ਦੋਗੇ ਤਾਂ ਓਨਰਸ਼ਿਪ ਕਿਸ ਦੀ ਹੋਗੀ ਕਿਸੇ ਹੋਰ ਪਰਸਨ ਦੀ। ਤਾਂ ਧਨ ਕੀ ਹੈ ਇੱਕ ਟਰਾਂਸਫਰੇਬਲ ਹੈ, ਤਬਦੀਲੀ ਹੁੰਦੀ ਹੈ ਇਹਦੇ ਵਿੱਚ। ਫਿਰ ਸਮ ਐਗਜ਼ਾਮਪਲ ਆਫ ਵੈਲਥ ਕੀ ਨੇ ਉਪਯੋਗਤਾ, ਦੁਰਲਭਤਾ, ਤਬਦੀਲੀ ਹੋਣਾ, ਉਸ ਨੂੰ ਧਨ ਕਹਿੰਦਾ ਹੈ। ਇਹਦੀਆਂ ਕੁਝ ਉਦਾਹਰਨਾਂ ਦੇਖੋ। ਸੇਵਾਵਾਂ, ਹੁਣ ਡਾਕਟਰ ਤੁਸੀਂ ਜਾਂਦੇ ਹੋ, ਡਾਕਟਰ ਨੂੰ ਤੁਸੀਂ ਜਾ ਕੇ ਫੀਸ ਦਿੰਦੇ ਹੋ, ਪੈਸੇ ਦਿੱਤੇ, ਇਹਦਾ ਮਤਲਬ ਸੇਵਾ ਵੀ ਕੀ ਹੋਗੀ ਤੁਹਾਡੇ ਲਈ ਧਨ। ਯੋਗਤਾਵਾਂ, ਹੁਣ ਇੱਕ ਸਰਜਨ ਹੈ, ਇੱਕ ਸਮਝਾਉਣ ਦੀ ਯੋਗਤਾ ਹੁੰਦੀ ਇੱਕ ਟੀਚਰ ਦੇ ਵਿੱਚ, ਤਾਂ ਇਹ ਕੀ ਨੇ ਧਨ ਨਹੀਂ। ਇਹ ਉਪਯੋਗਤਾ ਦੁਰਲਭਤਾ ਤਾਂ ਹਨ, ਪਰੰਤੂ ਇਹਨਾਂ ਦੀ ਤਬਦੀਲੀ ਨਹੀਂ ਕੀਤੀ ਜਾ ਸਕਦੀ। ਜਿਸ ਦੇ ਕੋਲੇ ਕੋਈ ਹੈ ਕੁਆਲੀਫਿਕੇਸ਼ਨ, ਇਹ ਤਾਂ ਨਹੀਂ ਕਿਸੇ ਇਲਿਟਰੇਟਰ ਨੂੰ ਦੇ ਦੇਗਾ ਉਹ ਹੈਗਾ, ਤਾਂ ਇਹਦੀ ਟਰਾਂਸਫਰ ਨਹੀਂ ਹੁੰਦੀ। BA ਦੀ ਡਿਗਰੀ ਜਾਂ ਕਿਸੇ ਵੀ ਪ੍ਰੀਖਿਆ ਦੀ ਡਿਗਰੀ, ਇਹ ਵੀ ਧਨ ਨਹੀਂ ਹੈ। ਕਿਉਂ? ਇਸ ਵੀ ਉਪਯੋਗਤਾ ਦੁਰਲਭਤਾ ਤਾਂ ਹੈ, ਪਰੰਤੂ ਇਹਨਾਂ ਦੀ ਤਬਦੀਲੀ ਨਹੀਂ ਕੀਤੀ ਜਾ ਸਕਦੀ। ਤੁਸੀਂ ਆਪਣੇ ਵੱਡੇ ਭਰਾ ਤੋਂ ਉਹਨਾਂ ਦੇ BA ਦੀ ਡਿਗਰੀ ਦਾ ਨਾਮ ਨਹੀਂ ਕਰਾ ਸਕਦੇ। ਸੋ ਜਿਹੜੀ ਚੀਜ਼ਾਂ ਟਰਾਂਸਫਰੇਬਲ ਨਹੀਂ ਉਹ ਵੀ ਅਸੀਂ ਨਹੀਂ ਕਹਿ ਸਕਦੇ ਧਨ ਹੈ। ਧਨ ਦੀ ਸਾਖ ਮੀਨਸ ਗੁੱਡਵਿਲ ਆਫ ਏ ਬਿਜ਼ਨਸ। ਇਹ ਧਨ ਹੈ। ਕਿਉਂ? ਕਿਉਂਕਿ ਇਸ ਨੂੰ ਖਰੀਦਿਆ ਜਾਂ ਵੇਚਿਆ ਜਾ ਸਕਦਾ ਹੈ। ਜੇਕਰ ਡਾਲਰ ਬਣਾਉਣ ਵਾਲੀ ਕੰਪਨੀ ਲੀਵਰ ਬ੍ਰਦਰਜ਼ ਆਪਣਾ ਕੰਮ ਭਾਰਤ ਵਿੱਚ ਬੰਦ ਕਰ ਦੇਵੇ, ਧੰਦੇ ਦੀ ਸਾਖ ਕਿਸੇ ਹੋਰ ਨੂੰ ਵੇਚ ਦੇਵੇ, ਤਾਂ ਕੀ ਇਹ ਸਿਰਫ ਓਨਰਸ਼ਿਪ ਚੇਂਜ ਹੋਈ, ਚੀਜ਼ ਤਾਂ ਚੱਲ ਰਹੀ ਹੈਗੀ ਹੈ, ਤਾਂ ਇਹ ਕੀ ਹੋਇਆ ਧਨ ਕੁਝ ਪੈਸਾ ਇਸ 'ਤੇ ਇਨਕਰੀਜ਼ ਹੋ ਰਿਹਾ। ਹੁਣ ਕਾਪੀਰਾਈਟ ਅਤੇ ਪੇਟੈਂਟ ਰਾਈਟ। ਕਾਪੀਰਾਈਟ ਕੀ ਹੁੰਦੇ ਹੈਗੇ ਨੇ, ਜੋ ਇੱਕ ਗੌਰਮੈਂਟ ਨੇ ਪੁਸਤਕ ਲੇਖ ਲਿਖਣ ਨੂੰ ਪ੍ਰਕਾਸ਼ਿਤ ਕਰਨ ਨੂੰ ਇੱਕ ਅਧਿਕਾਰ ਦਿੱਤਾ ਹੁੰਦਾ ਹੈਗਾ। ਕਾਨੂੰਨੀ ਤੌਰ 'ਤੇ ਪੁਸਤਕ ਉਹ ਤਾਂ ਹੀ ਛਾਪ ਸਕਦਾ ਹੁੰਦਾ ਜੇ ਉਹਨੂੰ ਇੱਕ ਰਾਈਟਸ ਮਿਲੇ ਹੁੰਦੇ ਨੇ। ਹੁਣ ਕਈ ਚੀਜ਼ਾਂ ਬਣਦੀਆਂ ਨੇ, ਗੌਰਮੈਂਟ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਹੁੰਦੀ, ਲਾਇਸੈਂਸ ਪਾਸ ਕੀਤਾ ਹੁੰਦਾ, ਤਾਂ ਹੀ ਉਹ ਪਰਸਨ ਕੀ ਨੇ ਚੀਜ਼ਾਂ ਬਣਾ ਰਹੇ ਨੇ। ਤਾਂ ਉਸ ਨੂੰ ਵੇਚਣ ਦਾ ਪੂਰਨ ਅਧਿਕਾਰ ਇੱਕ ਵਿਅਕਤੀ ਨੂੰ ਹੁੰਦਾ ਹੈ, ਪਰੰਤੂ ਉਹ ਵਿਅਕਤੀ ਉਸ ਅਧਿਕਾਰ ਨੂੰ ਵੇਚ ਸਕਦਾ ਹੈ, ਇਸ ਲਈ ਉਸਦੇ ਇਹ ਧਨ ਹੈ। ਤਾਂ ਬੇਟਾ ਇਸ ਤੋਂ ਪਤਾ ਲੱਗ ਗਿਆ ਕਿ ਜਿਹੜੀ ਚੀਜ਼ਾਂ ਟਰਾਂਸਫਰੇਬਲ ਹੈ ਉਹ ਧਨ ਹੈ, ਅਤੇ ਜੋ ਟਰਾਂਸਫਰੇਬਲ ਨਹੀਂ ਉਹ ਧਨ ਨਹੀਂ। ਦੈਨ ਨੈਕਸਟ ਟੋਪਿਕ ਇਜ਼ ਯੋਰ ਮੁਦਰਾ, ਮਨੀ। ਹੁਣ ਬੇਟਾ ਕਈ ਚੀਜ਼ਾਂ ਤੁਹਾਡੀਆਂ ਤੁਸੀਂ ਖਰੀਦਦੇ ਹੋ ਤਾਂ ਕੀ ਦਿੰਦੇ ਹੋ, ਉਸਦੇ ਉਪਯੋਗ ਕਰਦੇ ਰਹਿੰਦੇ ਹੋ। ਤੁਸੀਂ ਆਪਣੇ ਪੈਨ ਖਰੀਦਣ ਲਈ 10 ਰੁਪਏ ਦਿੱਤੇ, ਠੀਕ ਹੈ, ਤਾਂ ਚਾਹ ਪੀਣ ਲਈ ਤੁਸੀਂ ਪੈਸੇ ਦਿੱਤੇ, ਤਾਂ ਇਹ ਸਾਰੇ ਕੀ ਹੈ ਤੁਸੀਂ ਧਨ। ਇਹ ਨੋਟ, ਸਿੱਕੇ, ਚੈੱਕ, ਮੁਦਰਾ ਦੇ ਵਿਭਿੰਨ ਕੀ ਨੇ ਪਾਰਟਸ ਨੇ। ਨੋਟ ਵੀ ਹੁੰਦੇ ਨੇ, ਸਿੱਕੇ ਵੀ ਹੁੰਦੇ ਨੇ, ਚੈੱਕ ਵੀ। ਇਹ ਸਾਰਾ ਕਿਸ ਲਈ ਹੁੰਦਾ, ਕੋਈ ਨਾ ਕੋਈ ਪੇਮੈਂਟ ਦੇਣ ਲਈ। ਤਾਂ ਹਰੇਕ ਜਿਹੜੀ ਕੰਟਰੀ ਹੈ ਉਹਦੀ ਆਪਣੀ ਆਪਣੀ ਮਨੀ ਦੀ ਜਿਹੜੀ ਹੈਗੀ ਹੈ ਵੈਲਿਊਜ਼ ਨੇ, ਮਨੀ ਦੇ ਅਲੱਗ-ਅਲੱਗ ਯੂਨਿਟਸ ਨੇ। ਤਾਂ ਜਿਵੇਂ ਅਮਰੀਕਾ ਦੀ ਡਾਲਰ ਚੱਲਦੀ ਹੈ, ਆਪਣੇ ਇੰਡੀਆ 'ਚ ਰੁਪੀਸ ਚੱਲਦਾ ਹੈ, ਇੰਗਲੈਂਡ 'ਚ ਪਾਉਂਡਸ ਚੱਲਦਾ ਹੈ,
ਤਾਂ ਬਟ ਪਹਿਲਾਂ ਬੇਟੇ ਇਹ ਸਿਸਟਮ ਪੈਸੇ ਵਾਲਾ ਜਿਹੜਾ ਹੁਣ ਆਇਆ, ਬਟ ਪਹਿਲਾਂ ਹੁੰਦਾ ਕੀ ਸੀ, ਬਾਰਟਰ ਸਿਸਟਮ। ਬਾਰਟਰ ਸਿਸਟਮ ਕੀ ਹੁੰਦਾ ਬੇਟਾ, ਜਦੋਂ ਇਨਸਾਨ ਪਹਿਲਾਂ ਚੀਜ਼ਾਂ ਲੈਂਦੇ ਸੀਗੇ, ਉਹ ਉਹਦੇ ਬਦਲੇ ਆਪਣੇ ਕੋਲ ਜੋ ਚੀਜ਼ ਹੁੰਦੀ ਸੀ ਉਹ ਅਗਲੇ ਨੂੰ ਦੇ ਦਿੰਦੇ ਸੀ, ਉਸ ਤੋਂ ਉਸਦੀ ਚੀਜ਼ ਲੈ ਲੈਂਦੇ ਸੀ। ਤਾਂ ਮੀਨ ਚੀਜ਼ਾਂ ਦੇ ਨਾਲ ਹੀ ਐਕਸਚੇਂਜ ਹੁੰਦਾ ਸੀ, ਇਸ ਨੂੰ ਅਸੀਂ ਕਹਿੰਦੇ ਸੀ ਬਾਰਟਰ ਸਿਸਟਮ। ਪਰ ਪ੍ਰੋਬਲਮ ਇੱਥੇ ਆਈ ਜਦੋਂ ਇਨਸਾਨ ਨੇ ਇੱਕ ਚੀਜ਼ ਲੈਣੀ ਹੈ, ਪਰ ਉਹਦੇ ਬਦਲੇ ਹੁਣ ਉਹਨੂੰ ਹੈਗਾ ਉਹ ਚੀਜ਼ ਦੀ ਵੈਲਿਊ ਉਨੀ ਹੈ ਨਹੀਂ, ਅੱਧੀ ਉਹ ਚੀਜ਼ ਦੇ ਨਹੀਂ ਸਕਦਾ, ਤਾਂ ਫਿਰ ਕੀ ਹੈ, ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਹੋਈ। ਇਸ ਲਈ ਕੀ ਹੈ, ਪੂੰਜੀ ਦਾ ਨਿਰਮਾਣ ਸ਼ੁਰੂ ਹੋਇਆ, ਮਨੀ ਦੀ ਲੋੜ ਉਹਨਾਂ ਨੇ ਮਹਿਸੂਸ ਕੀਤੀ। ਤਾਂ ਪਹਿਲਾਂ ਮਨੀ ਦੇ ਹੋਰ ਫਾਰਮ ਸੀਗੇ, ਹੁਣ ਫਾਰਮ ਚੇਂਜ ਹੋ ਕੇ ਰੁਪੀਜ਼, ਪੈਸੇ ਇਹਨਾਂ ਚੀਜ਼ਾਂ 'ਚ ਆ ਗਏ। ਨੈਕਸਟ ਹੈ ਪਰਿਭਾਸ਼ਾ ਇਹਦੀ। ਇਸ ਦੀ ਪਰਿਭਾਸ਼ਾ ਕੈਂਟ ਨੇ ਦਿੱਤੀ, ਮੁਦਰਾ ਇੱਕ ਅਜਿਹੀ ਵਸਤੂ ਹੈ ਜਿਸ ਨੂੰ ਵਟਾਂਦਰੇ ਦੇ ਮਾਧਿਅਮ ਜਾਂ ਮੁੱਲ ਦੇ ਮਾਪਦੰਡ ਦੇ ਰੂਪ ਵਿੱਚ ਸਧਾਰਨ ਮਨਜ਼ੂਰੀ ਅਤੇ ਸਧਾਰਨ ਪ੍ਰਯੋਗ ਕੀਤਾ ਜਾ ਸਕਦਾ ਹੈ। ਇੱਕ ਹੋਰ ਅਸੀਂ ਕਰੋਥਰ ਦੀ ਹੈ, ਮੁਦਰਾ ਉਹ ਵਸਤੂ ਹੈ ਜਿਸ ਨੂੰ ਸਧਾਰਨ ਵਟਾਂਦਰੇ ਦਾ ਸਾਧਨ ਮੰਨਿਆ ਜਾਂਦਾ ਹੈ, ਨਾਲ ਹੀ ਜੋ ਮੁਦਰਾ ਦੇ ਮਾਪ ਅਤੇ ਉਸਦੇ ਇਕੱਠ ਦਾ ਕੰਮ ਕਰਦੀ ਹੈ। ਮੀਨ ਜਿਸ ਨੂੰ ਅਸੀਂ ਐਕਸਚੇਂਜ ਕਰ ਸਕਦੇ ਹਾਂ, ਉਸ ਨੂੰ ਦੇਖ ਕੇ ਅਸੀਂ ਉਹਦੇ ਬਦਲੇ ਕੋਈ ਚੀਜ਼ ਲੈ ਸਕਦੇ ਹਾਂ। ਹੁਣ ਮਨੀ ਦੇ ਕੰਮ ਕੀ ਨੇ, ਮੁਦਰਾ ਦੇ ਕੰਮ ਕੀ ਨੇ, ਵਟਾਂਦਰੇ ਦਾ ਮਾਧਿਅਮ। ਇਹ ਤੁਸੀਂ ਗੱਲ ਤੋਂ ਹੀ ਸਮਝ ਰਹੇ ਹੋ ਕਿ ਇਸ ਨੂੰ ਦੇਖ ਕੇ ਅਸੀਂ ਕੋਈ ਨਾ ਕੋਈ ਇਹਦੇ ਬਦਲੇ 'ਚ ਵਸਤੂ ਲੈ ਸਕਦੇ ਹਾਂ। ਮੁੱਲ ਦਾ ਮਾਪਦੰਡ, ਮੁੱਲ ਦਾ ਮਾਪਦੰਡ ਕੀ ਹੋ ਗਿਆ ਕਿ ਵਿਭਿੰਨ ਅਸੀਂ ਵਸਤੂਆਂ ਅਤੇ ਸੇਵਾਵਾਂ ਲੈਂਦੇ ਹਾਂ, ਉਹਨਾਂ ਲਈ ਅਸੀਂ ਮੁੱਲ ਮਾਪਿਆ ਜਾਂਦਾ ਕਿ ਇਹ ਚੀਜ਼ ਇੱਕ ਪੈਨ ਹੈ 10 ਰੁਪਏ ਦਾ, ਤਾਂ ਪੈਨ ਦੀ ਉਹ ਕੀਮਤ ਹੋ ਗਈ, ਮੁੱਲ ਦਾ ਮਾਪਦੰਡ ਹੋ ਗਿਆ ਕਿ ਪੈਨ 10 ਰੁਪਏ ਦਾ ਹੈ। ਭਾਵੀ ਭੁਗਤਾਨ ਵਿੱਚ ਸਹਾਇਤਾ ਮੀਨ ਹੈਲਪ ਇਨ ਫਿਊਚਰ ਪੇਮੈਂਟਸ। ਹੁਣ ਕੀ ਹੈ, ਅਸੀਂ ਫਿਊਚਰ ਦੀ ਪੇਮੈਂਟਸ ਨੂੰ ਵੀ ਅਸੀਂ ਇਹਦੇ ਨਾਲ ਪੈਸੇ ਨਾਲ ਕਰ ਸਕਦੇ ਹੈਗੇ ਆ। ਨੈਕਸਟ ਹੈ ਕਿ ਧਨ ਦਾ ਇਕੱਠਾ ਕਰਨਾ ਆਸਾਨ ਹੁੰਦਾ ਹੈ, ਮੀਨਸ ਤੁਸੀਂ ਪੈਸੇ ਨੂੰ ਫਿਊਚਰ ਵਾਸਤੇ ਜੋੜ ਕੇ ਵੀ ਆਪਣੇ ਕੋਲ ਰੱਖ ਦਿੰਦੇ ਹੋ, ਤਾਂ ਕੀ ਹੈ, ਇਹਨੂੰ ਜੋੜ ਕੇ ਰੱਖਣਾ ਵੀ ਆਸਾਨ ਹੁੰਦਾ। ਲੇਕਿਨ ਜੇ ਤੁਸੀਂ ਕਹੋ ਕੋਈ ਫਲ ਸਬਜ਼ੀਆਂ ਜੋੜ ਕੇ ਰੱਖ ਸਕਦੇ ਹੋ, ਨਹੀਂ, ਪਰ ਇਹਨੂੰ ਅਸੀਂ ਜੋੜ ਕੇ ਰੱਖ ਸਕਦੇ ਹਾਂ ਕਿਉਂਕਿ ਕੱਲ੍ਹ ਨੂੰ ਇਸ ਨੂੰ ਦੇ ਕੇ ਅਸੀਂ ਇਹਦੇ ਬਦਲੇ 'ਚ ਕੋਈ ਵੀ ਚੀਜ਼ ਵਸਤੂ ਖਰੀਦ ਸਕਦੇ ਹਾਂ। ਵਟਾਂਦਰਾ ਸ਼ਕਤੀ ਦੀ ਤਬਦੀਲੀ, ਤਾਂ ਵਟਾਂਦਰਾ ਸ਼ਕਤੀ ਵੀ ਮੁਦਰਾ ਦੇ ਰੂਪ ਵਿੱਚ ਧਨ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਟ੍ਰਾਂਸਫਰ ਕਰ ਸਕਦੇ ਹਾਂ, ਕਿਉਂਕਿ ਮੁਦਰਾ ਹਲਕੀ ਹੁੰਦੀ ਹੈ, ਇਸ ਦੀ ਤਬਦੀਲੀ ਕਰਨੀ ਵਿਸ਼ੇਸ਼ ਖਰਚ ਨਹੀਂ ਹੁੰਦਾ। ਤੁਸੀਂ ਆਪਣੇ ਪਾਕਟ ਵਿੱਚ ਪੈਸੇ ਪਾ ਕੇ ਲੈ ਜਾਂਦੇ ਹੋ, ਕੋਈ ਪਤਾ ਨਹੀਂ ਲੱਗਦਾ ਹੈਗਾ। ਨੈਕਸਟ ਹੈ ਮੰਗ। ਨੈਕਸਟ ਟੌਪਿਕ ਸਾਡਾ ਸ਼ੁਰੂ ਹੋ ਗਿਆ ਮੰਗ। ਹੁਣ ਬੇਟੇ ਮੰਗ, ਇੱਛਾ ਅਤੇ ਲੋੜ, ਇਹ ਤਿੰਨ ਚੀਜ਼ਾਂ ਨੇ। ਹੁਣ ਤੁਹਾਡੀ ਇੱਛਾ ਹੈ ਕਿ ਮੈਂ ਇਹ ਚੀਜ਼ ਲੈਣੀ ਹੈ, ਪਰ ਤੁਹਾਡੇ ਕੋਲ ਪੈਸਾ ਨਹੀਂ, ਤੁਸੀਂ ਉਹਨੂੰ ਖਰੀਦ ਨਹੀਂ ਸਕਦੇ, ਤਾਂ ਇਸ ਵਿੱਚ ਤੁਹਾਡੀ ਇੱਛਾ ਬਣ ਕੇ ਰਹਿ ਜੂਗੀ। ਲੋੜ ਉਹ ਹੁੰਦੀ ਹੈ ਕਿ ਤੁਹਾਡੇ ਕੋਲ ਪੈਸੇ ਹੈ ਪਰ ਤੁਹਾਨੂੰ ਉਹਦੀ ਹਾਲੇ ਨਹੀਂ ਲਿੱਤੀ, ਤਾਂ ਉਹ ਲੋੜ। ਪਰ ਜਦੋਂ ਅਸੀਂ ਚੀਜ਼ ਦੀ ਲੋੜ ਵੀ ਹੈ, ਇੱਛਾ ਵੀ ਹੈ, ਪੈਸਾ ਵੀ ਹੈ ਸਾਨੂੰ ਦੇਣ ਨੂੰ ਉਹਦੇ ਕੋਲੇ, ਉਹ ਸਾਡੀ ਕੀ ਬਣ ਜਾਂਦੀ ਹੈ ਫਿਰ, ਮੰਗ। ਤਾਂ ਮੰਗ ਕੀ ਹੁੰਦੀ ਹੈ ਬੇਟੇ, ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਕੀਮਤ 'ਤੇ ਅਸੀਂ ਉਸ ਨੂੰ ਐਕਸਚੇਂਜ ਕਰਕੇ ਕੋਈ ਚੀਜ਼ ਆਪਣੀ ਇੱਛਾ ਪੂਰੀ ਕੀਤੀ, ਉਸ ਨੂੰ ਅਸੀਂ ਮੰਗ ਕਹਿੰਦੇ ਹਾਂ। ਮੰਗ ਕਿਸੇ ਪਦਾਰਥ ਦੀ ਉਹ ਮਾਤਰਾ ਹੈ ਜਿਸ ਨੂੰ ਇੱਕ ਉਪਭੋਗਤਾ ਮੀਨਸ ਕੰਜ਼ਿਊਮਰ ਸਮੇਂ ਦੀ ਇੱਕ ਨਿਸ਼ਚਿਤ ਮਿਆਦ ਮੀਨ ਇੱਕ ਪ੍ਰੋਪਰ ਟਾਈਮ ਪੀਰੀਅਡ ਦੇ ਵਿੱਚ ਇੱਕ ਨਿਸ਼ਚਿਤ ਕੀਮਤ, ਇੱਕ ਪਰਟੀਕੂਲਰ ਪ੍ਰਾਈਸ 'ਤੇ ਖਰੀਦਣ ਦੇ ਇੱਛੁਕ ਹੈ, ਮੀਨਸ ਉਸਦੀ ਡਿਮਾਂਡ ਹੈ ਅਤੇ ਯੋਗ ਹੈ, ਮੀਨਸ ਉਸ ਕੋਲ ਪੈਸਾ ਵੀ ਹੈ, ਤਾਂ ਉਹ ਕੀ ਹੋਗੀ ਤੁਹਾਡੀ ਮੰਗ। ਇੱਕ ਲਿਮਿਟਡ ਟਾਈਮ ਪੀਰੀਅਡ 'ਚ ਕੰਜ਼ਿਊਮਰ ਕੀ ਹੈ, ਇੱਕ ਪ੍ਰੋਪਰ ਪਰਟੀਕੂਲਰ ਫਿਕਸ ਪ੍ਰਾਈਸ 'ਤੇ ਉਸ ਚੀਜ਼ ਖਰੀਦਣਾ ਚਾਹੁੰਦਾ ਵੀ ਹੈ ਅਤੇ ਉਸ ਚੀਜ਼ ਨੂੰ ਖਰੀਦਣ ਦੀ ਉਹ 'ਚ ਕਪੈਸਿਟੀ ਵੀ ਹੈ, ਮੀਨਸ ਉਸਦੇ ਕੋਲ ਮਨੀ ਵੀ ਹੈ, ਉਹ ਉਹਦੀ ਕੀ ਬਣ ਜਾਏਗੀ, ਮੰਗ। ਤਾਂ ਵਸਤਾਂ ਨੂੰ ਪ੍ਰਾਪਤ ਕਰਨ ਦੀ ਇੱਛਾ, ਉਸ ਇੱਛਾ ਨੂੰ ਪੂਰਾ ਕਰਨ ਲਈ ਧਨ ਖਰਚਣ ਲਈ ਤਤਪਰਤਾ, ਮੀਨ ਤੁਹਾਡੇ ਵਿੱਚ ਫਟਾਫਟ ਹਾਂ ਮੈਂ ਇਹ ਚੀਜ਼ ਲੈਣੀ ਹੈ, ਮੈਂ ਦੇ ਵੀ ਦੇਵਾਂਗਾ ਪੈਸੇ। ਵਸਤਾਂ ਦੀ ਮੰਗੀ ਗਈ ਮਾਤਰਾ ਅਤੇ ਕੀਮਤ ਵਿੱਚ ਸੰਬੰਧ ਅਤੇ ਮੰਗੀ ਗਈ ਮਾਤਰਾ ਦੇ ਸਮੇਂ ਨਾਲ ਸੰਬੰਧ, ਕਿ ਇਸ ਟਾਈਮ 'ਤੇ ਜੇ ਤੁਸੀਂ ਕਹੋ ਕੱਲ੍ਹ ਨੂੰ ਲੈ ਲਾਂਗੇ, ਕੱਲ੍ਹ ਨੂੰ ਮੇਬੀ ਉਹ ਚੀਜ਼ ਸਸਤੀ ਅਤੇ ਮਹਿੰਗੀ ਵੀ ਹੋ ਸਕਦੀ ਹੈਗੀ ਹੈ, ਤਾਂ ਇੱਕ ਸਿਰਫ ਸਮੇਂ ਦੀ ਮੰਗ ਕਰਦਾ ਹੈ। ਤਾਂ ਪਰਿਭਾਸ਼ਾ ਹੈ, ਮੰਗ ਕਿਸੇ ਵਸਤੂ ਦੀ ਉਹ ਮਾਤਰਾ ਹੈ ਜੋ ਇੱਕ ਦਿੱਤੇ ਹੋਏ ਸਮੇਂ ਵਿੱਚ ਇੱਕ ਦਿੱਤੀ ਗਈ ਕੀਮਤ 'ਤੇ ਖਰੀਦੀ ਜਾਵੇ। ਤਾਂ ਬੇਟਾ ਇਹਦੀ ਐਗਜ਼ਾਮਪਲ ਵੀ ਇੱਕ ਦੇਖੋ, ਟੇਬਲ ਹੈ ਕਿ 1 ਰੁਪਇਆ ਸੀ, ਤੁਸੀਂ ਕਿਸੇ ਚੀਜ਼ ਦੀ 4 ਰੁਪਏ ਡਿਮਾਂਡ ਕਰ ਰਹੇ ਹੋ, ਰੁਪਏ 2 ਹੋ ਗਿਆ, ਤੁਸੀਂ ਘਟਾ ਦਿੰਦੇ ਹੋ, ਹੋਰ ਫਿਰ ਵੱਧ ਗਈ ਕੀਮਤ, ਤੁਸੀਂ ਹੋਰ ਘੱਟ ਕਰ ਦਿੰਦੇ ਹੋ, ਹੋਰ ਵੱਧ ਗਈ, ਤੁਸੀਂ ਹੋਰ ਕਰ ਲਿਓ। ਮੀਨਸ ਅਸੀਂ ਇਸ 'ਚ ਇਹ ਕਹਿ ਸਕਦੇ ਹਾਂ ਬੇਟਾ, ਜੇ ਅਸੀਂ ਗ੍ਰਾਫ ਬਣਾਈਏ ਤਾਂ ਡਿਮਾਂਡ ਅਤੇ ਪ੍ਰਾਈਸ ਦੋਨਾਂ ਕੀ ਹੈ, ਇਨਵਰਸ ਰਿਲੇਸ਼ਨਸ਼ਿਪ ਹੈ। ਜੋ ਜੋ ਕੀਮਤ ਵੱਧਦੀ ਹੈ, ਤੁਸੀਂ ਕੀ ਹੈ ਆਪਣੀ ਡਿਮਾਂਡ ਘਟਾਉਂਦੇ ਰਹਿੰਦੇ ਹੋ। ਤੁਸੀਂ ਸੋਚਦੇ ਹੋ ਹਾਏ ਅੱਜ ਟਮਾਟਰ ਮਹਿੰਗੇ ਹੋ ਗਏ, ਘੱਟ ਕਰ ਦੇਣਾ ਲੈਣਾ ਮੈਂ, ਪਰਸੋਂ ਤੁਸੀਂ ਕਹੋਗੇ ਹਾਏ ਇਹ ਤਾਂ ਹੋਰ ਵੀ ਮਹਿੰਗੇ ਹੋ ਗਏ, ਚੱਲ ਮੈਂ ਸਬਜ਼ੀ 'ਚ ਵੀ ਪਾਣਾ ਬੰਦ ਕਰ ਦੇਣਾ, ਹੋਰ ਮਹਿੰਗੇ ਹੋ ਗਏ, ਤੁਸੀਂ ਕਹੋਗੇ ਚੱਲ ਛੱਡ ਮੈਂ। ਤਾਂ ਕੀ ਹੈ, ਇਹਦੀ ਇਨਵਰਸ ਰਿਲੇਸ਼ਨਸ਼ਿਪ ਹੈ ਡਿਮਾਂਡ ਅਤੇ ਕੀਮਤ ਦਾ। ਤਾਂ ਬੇਟਾ ਆਈ ਹੋਪ ਤੁਹਾਨੂੰ ਇੱਥੇ ਤੱਕ ਟੌਪਿਕ ਸਮਝ ਆ ਗਿਆ ਹੋਵੇਗਾ, ਅਤੇ ਨੈਕਸਟ ਆਪਾਂ ਵੀਡੀਓ ਦੇ ਵਿੱਚ ਨੈਕਸਟ ਟੌਪਿਕ ਕਰਾਂਗੇ, ਕਿਉਂਕਿ ਤੁਹਾਡਾ ਲੈਸਨ ਕਾਫੀ ਵੱਡਾ ਹੈ, ਅਤੇ ਜੇ ਜ਼ਿਆਦਾ ਆਪਾਂ ਬੇਟਾ ਕਰਾਂਗੇ ਤਾਂ ਤੁਹਾਨੂੰ ਸਮਝ ਨਹੀਂ ਆਏਗਾ। ਤੁਸੀਂ ਇਸ ਨੂੰ ਰਿਵਾਈਜ਼ ਕਰੋ ਅਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰੋ। ਥੈਂਕ ਯੂ।